ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹਾਂ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰੀਨ ਖਬਰਾਂ ਦੇ ਵਿਸਤਾਰ ਤੋਂ ਪਹਿਲਾਂ ਆਪਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਵੜਿੰਗ ਅਤੇ ਜਾਖੜ ਬੋਲੇ ਸਿੱਧੂ ਦੇ ਸੁਰ 'ਚ ਨਹੀਂ ਮੰਨਿਆ ਕੈਪਟਨ ਦਾ ਹੁਕਮ, ਸਿੱਧੂ ਦੇ ਪੱਖ 'ਚ ਦਿੱਤਾ ਵੱਡਾ ਬਿਆਨ। ਸਰਨਾ ने अकाली दल ਅਤੇ ਭਾਜਪਾ ਉੱਪਰ ਲਗਾਏ ਗੰਭੀਰ ਇਲਜ਼ਾਮ, ਕਿਹਾ ਸਿਰਸਾ ਤੇ ਉਸਦੇ ਸਾਥੀਆਂ ਨੇ ਰਚੀ ਸਾਜ਼ਿਸ਼। ਕੈਪਟਨ ਦੇ ਲੀਡਰ ਨੇ ਲਾਂਘੇ ਉੱਪਰ ਮੋਦੀ ਸਰਕਾਰ ਦੀ ਰਾਜਨੀਤੀ ਕੀਤੀ ਜਗ ਜਾਹਿਰ, ਕਸੂਤੇ ਫਸੇ ਮੋਦੀ ਅਤੇ ਅਕਾਲੀ ਦਲ। ਪੰਜਾਬ ਸਰਕਾਰ ਦੇ ਦਾਅਵਿਆਂ ਦੀ ਖੁੱਲੀ ਪੋਲ ਭੜ ਕੇ ਕਿਸਾਨ ਉਤਰੇ, ਪੀੜਤ ਕਿਸਾਨ ਦੇ ਹੱਕ 'ਚ ਖੋਲ੍ਹਿਆ ਕੈਪਟਨ ਸਰਕਾਰ ਖਿਲਾਫ ਮੋਰਚਾ। ਦਰਿੰਦਗੀ ਦੀਆਂ ਹੱਦਾਂ ਹੋਈਆਂ ਪਾਰ, 45 ਸਾਲਾਂ ਦੇ ਦਰਿੰਦੇ ਨੇ 4 ਸਾਲਾਂ ਦੇ ਮਾਸੂਮ ਨਾਲ ਕੁਕਰਮ ਕਰਨ ਤੋਂ ਬਾਅਦ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ। ਹੁਣ ਖਬਰਾਂ ਵਿਸਤਾਰ ਨਾਲ। ਜਦੋਂ ਤੋਂ ਕੈਪਟਨ ਦੀ ਬੇਰੁਖੀ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਸਮਾਰੋਹ 'ਚ ਪਹੁੰਚਣ ਦਾ ਸੱਦਾ ਦਿੱਤਾ, ਉਦੋਂ ਤੋਂ ਹੀ ਸਿਆਸਤ ਕਾਫੀ ਤੇਜ਼ ਹੋ ਚੁੱਕੀ ਆ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕੈਪਟਨ ਸਾਹਿਬ ਦੇ ਨਜ਼ਦੀਕੀ ਲੀਡਰ ਵੀ ਹੁਣ ਸਿੱਧੂ ਦੇ ਸੁਰ 'ਚ ਸੁਰ ਮਿਲਾ ਰਹੇ ਨੇ। ਕਰਤਾਰਪੁਰ ਲਾਂਘੇ ਨੂੰ ਲੈ ਕੇ ਸੁਨੀਲ ਜਾਖੜ ਤੇ ਰਾਜਾ ਵੜਿੰਗ ਨੇ ਵੀ ਸਿੱਧੂ ਸਾਹਿਬ ਦੀਆਂ ਤਾਰੀਫਾਂ ਦੇ ਪੁਲ ਬੰਨੇ ਨੇ। ਦੇਖੋ। ਚੋਣਾਂ ਦੇ ਦਿਨਾਂ 'ਚ ਕਾਂਗਰਸ ਦੇ ਦੋ ਵੱਡੇ ਲੀਡਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇ 'ਚ ਆਈ ਦਰਾਰ ਹਲੇ ਤੱਕ ਵੀ ਬਰਕਰਾਰ ਹੈ। ਇਸ ਦੇ ਚੱਲਦਿਆਂ ਕੈਪਟਨ ਸਾਹਿਬ ਨੇ ਕਰਤਾਰਪੁਰ ਲਾਂਘੇ ਦੀ ਲਿਸਟ 'ਚੋਂ ਵੀ ਸਿੱਧੂ ਨੂੰ ਆਊਟ ਕਰ ਦਿੱਤਾ, ਜਿਸ ਤੋਂ ਬਾਅਦ ਕੈਪਟਨ ਸਾਹਿਬ ਨੂੰ ਲਗਾਤਾਰ ਵੱਡੇ ਤੋਂ ਵੱਡੇ ਝਟਕੇ ਮਿਲ ਰਹੇ ਨੇ। ਜੀ ਹਾਂ, ਇਹਨਾਂ ਝਟਕਿਆਂ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਧਾਰਮਿਕ ਮਾਮਲੇ 'ਚ ਕੈਪਟਨ ਦੇ ਰਾਜਨੀਤੀ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਦੋਸਤੀ ਤੇ ਲਾਂਘਾ ਖੁੱਲ੍ਹਣ 'ਚ ਸਿੱਧੂ ਦੇ ਯੋਗਦਾਨ ਨੂੰ ਦੇਖਦੇ ਹੋਏ ਪਾਕਿਸਤਾਨ ਵੱਲੋਂ ਸਿੱਧੂ ਸਾਹਿਬ ਨੂੰ ਲਾਂਘੇ ਦੇ ਉਦਘਾਟਨ ਮੌਕੇ ਪਹੁੰਚਣ ਦਾ ਸੱਦਾ ਦਿੱਤਾ, ਜਿਸ ਤੋਂ ਬਾਅਦ ਲਗਾਤਾਰ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ ਤੇ ਲਗਾਤਾਰ ਇਹ ਸਵਾਲ ਸੁਰਖੀਆਂ ਬਣਿਆ ਹੋਇਆ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਸੱਦੇ ਨੂੰ ਕਬੂਲ ਕਰਕੇ ਸਮਾਰੋਹ ਵਿੱਚ ਪਹੁੰਚਣਗੇ ਜਾਂ ਨਹੀਂ, ਜਿਸ ਕਾਰਨ ਵੱਡੇ ਦਿੱਗਜ ਇਸ ਮਾਮਲੇ ਤੇ ਆਪਣੀ ਪ੍ਰਤੀਕਿਰਿਆ ਪੇਸ਼ ਕਰ ਰਹੇ ਨੇ। ਇਸ ਸਭ ਦੇ ਵਿੱਚ ਹੀ ਕੈਪਟਨ ਸਾਹਿਬ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਕੈਪਟਨ ਸਾਹਿਬ ਦੇ ਹੀ ਦਿੱਗਜ ਲੀਡਰ ਤੇ ਪਾਰਟੀ ਦੇ ਮੋਹਰੀ ਸਿੱਧੂ ਦਾ ਪੱਖ ਪੂਰਦੇ ਨਜ਼ਰ ਆਏ। ਜੀ ਹਾਂ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਕੈਪਟਨ ਦੇ ਉਲਟ ਜਾਂ ਸਿੱਧੂ ਦੀ ਤਾਰੀਫਾਂ ਦੇ ਪੁਲ ਬੰਨ੍ਹਦੇ ਨੇ। ਜਾਖੜ ਸਾਹਿਬ ਨੇ ਕਬੂਲ ਕੀਤਾ ਕਿ ਲਾਂਘਾ ਖੁੱਲ੍ਹਣ 'ਚ ਨਵਜੋਤ ਸਿੰਘ ਸਿੱਧੂ ਦਾ ਕਾਫੀ ਯੋਗਦਾਨ ਹੈ, ਜਿਸ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਜਾਖੜ ਤੋਂ ਬਾਅਦ ਕੈਪਟਨ ਦੇ ਸਭ ਤੋਂ ਚਹੇਤੇ ਲੀਡਰਾਂ 'ਚੋਂ ਇੱਕ ਰਾਜਾ ਵੜਿੰਗ ਵੀ ਸਿੱਧੂ ਦੀ ਸਪੋਰਟ 'ਚ ਉਤਰ ਆਏ ਨੇ। ਉਹਨਾਂ ਨੇ ਵੀ ਇਸ ਗੱਲ ਤੇ ਮੋਹਰ ਲਗਾਈ ਹੈ ਕਿ ਕਾਰੀਡੋਰ ਖੁੱਲ੍ਹਣ 'ਚ ਨਵਜੋਤ ਸਿੰਘ ਸਿੱਧੂ ਦਾ ਅਹਿਮ ਯੋਗਦਾਨ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਉਹਨਾਂ ਨੂੰ ਬੁਲਾਇਆ ਤਾਂ ਸਿੱਧੂ ਸਾਹਿਬ ਨੂੰ ਜ਼ਰੂਰ ਜਾਣਾ ਚਾਹੀਦਾ। ਦੱਸਣਾ ਬਣਦਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ। ਪਾਰਟੀ ਦੇ ਸੈਨੇਟਰ ਫੈਜ਼ਲ ਜਾਵੇਦ ਨੇ ਇਮਰਾਨ ਦੇ ਕਹਿਣ ਤੇ ਨਵਜੋਤ ਸਿੱਧੂ ਨਾਲ ਫੋਨ ਤੇ ਗੱਲ ਕੀਤੀ ਸੀ, ਪਰ ਹਾਲੇ ਤੱਕ ਇਹ ਸਾਫ਼ ਨਹੀਂ ਹੋਇਆ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦਾ ਸੱਦਾ ਕਬੂਲ ਕਰਨਗੇ ਜਾਂ ਫਿਰ ਨਹੀਂ। ਦਿੱਲੀ ਤੋਂ ਨਗਰ ਕੀਰਤਨ ਲੈ ਕੇ ਨਨਕਾਣਾ ਸਾਹਿਬ ਲਈ ਚੱਲੇ ਪਰਮਜੀਤ ਸਿੰਘ ਸਰਨਾ ਨੂੰ ਅਟਾਰੀ ਵਿਖੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਸਰਨਾ ਸਾਹਿਬ ਨੇ ਭੜਕ ਕੇ ਅਕਾਲੀ ਦਲ ਅਤੇ ਬੀਜੇਪੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਅਤੇ ਮੀਡੀਆ ਦੇ ਕੈਮਰੇ ਸਾਹਮਣੇ ਮਨਜਿੰਦਰ ਸਿੰਘ ਸਿਰਸਾ ਖਿਲਾਫ ਜੰਮ ਕੇ ਭੜਾਸ ਕੱਢੀ। ਜਦੋਂ ਤੋਂ ਸਾਡੇ 500 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਨੇ, ਉਦੋਂ ਤੋਂ ਹੀ ਪਾਰਟੀਆਂ 'ਚ ਵਿਰੋਧੀਆਂ 'ਚ ਕੋਈ ਨਾ ਕੋਈ ਪਵਾੜਾ ਪਿਆ ਹੀ ਨਜ਼ਰ ਆ ਰਿਹਾ। ਕਦੀ ਸਟੇਜ ਨੂੰ ਲੈ ਕੇ, ਕਦੀ ਫੀਸ ਨੂੰ ਲੈ ਕੇ ਤੇ ਹੁਣ ਕਰਤਾਰਪੁਰ ਜਾਣ ਨੂੰ ਪਿੱਛੇ ਕਈ ਬਵਾਲ ਖੜੇ ਹੋ ਰਹੇ ਨੇ। ਕਾਰਨ ਕੋਈ ਵੀ ਹੋਵੇ, ਪਰ ਇਹ ਸਾਰੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ। ਛੋਟੀ ਜਿਹੀ ਗੱਲ ਹੁੰਦੀ ਹੈ ਤਾਂ ਇਹ ਇੱਕ ਦੂਜੇ ਤੇ ਦੋਸ਼ ਮੜਨ ਲੱਗ ਜਾਂਦੇ ਨੇ ਕਿ ਜੇਕਰ ਕੁਝ ਹੋਇਆ ਤਾਂ ਇਹ ਵਿਰੋਧੀਆਂ ਦੀ ਚਾਲ ਹੈ। ਕੁਝ ਇਸੇ ਤਰ੍ਹਾਂ ਕੀਤਾ ਪਰਮਜੀਤ ਸਿੰਘ ਸਰਨਾ ਨੇ। ਜੀ ਹਾਂ, ਪਰਮਜੀਤ ਸਿੰਘ ਸਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਤੋਂ ਨਗਰ ਕੀਰਤਨ ਲੈ ਕੇ ਨਨਕਾਣਾ ਸਾਹਿਬ ਲਈ ਚੱਲੇ। ਪਰਮਜੀਤ ਸਿੰਘ ਸਰਨਾ ਨੂੰ ਅਟਾਰੀ ਵਿਖੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਸਰਨਾ ਸਾਹਿਬ ਨੇ ਭੜਕ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਤੇ ਗੰਭੀਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਪਰਮਜੀਤ ਸਿੰਘ ਸਰਨਾ ਦੇ ਖਿਲਾਫ ਕੇਸ ਦਰਜ ਹੋਇਆ ਸੀ, ਜਿਸ ਦੀ ਕਲੀਅਰੈਂਸ ਨਾ ਹੋਣ ਕਰਕੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਰਨਾ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਕਾਰਨ ਸਰਨਾ ਸਾਹਿਬ ਨੂੰ ਬੇਰੰਗ ਅਟਾਰੀ ਤੋਂ ਵਾਪਸ ਮੁੜਨਾ ਪਿਆ। ਸਰਨਾ ਨੇ ਕਿਹਾ ਕਿ ਜਦੋਂ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਕੋਲ ਪਹੁੰਚੇ ਅਟਾਰੀ ਤਾਂ ਉਹਨਾਂ ਨੇ ਮੈਨੂੰ ਦੱਸ ਦਿੱਤਾ ਸੀ ਕਿ ਦਿੱਲੀ ਤੋਂ ਫੋਨ ਆਇਆ ਕਿ ਸਰਨਾ ਨੂੰ ਰੋਕ ਲਿਆ ਜਾਵੇ। मैं जिसले एंटर किया तो मेरे को हमेशा पासपोर्ट लैन रहते सन भी फार्म थोड़े मैं भर के देता। मैं 10 बजे एंटर किया, उसने एज यूजल
ਜਿਹੜਾ ਇਮੀਗ੍ਰੇਸ਼ਨ ਅਫਸਰ ਸੀ ਉਸਨੇ ਮੇਰੇ ਕੋਲ ਦੋਨਾਂ ਦੇ ਪਾਸਪੋਰਟ ਲੈ ਲਏ, ਤਿੰਨਾਂ ਦੇ। ਸਾਨੂੰ 2 ਘੰਟੇ ਬਾਅਦ रूबी ने मैंने कंन च पाई कि तुहानू नहीं जान देना। वो फैसला हो गया। मैं मजाक पूछा तेन बादल ने सुनिया दिता है, वो हस पाया। खैर असी अफसर को गए, अफसर ने कहा जी मैं 2 घंटे का मगर पच्ची कर रहा, मेरे दिल में तुहाडे प्रति बड़ा सत्कार है और रियली वो अफसर जो बहुत वधिया है। उसने मैनू यह वर्क हाथ से पढ़ाता, हेलो ये वर्क हाथ से पढ़ाता। मैं उन्होंने कहा भाई जेड़ा तू प्रिंट आउट कट के मैंने देंदा पे, मैं प्रिंट आउट कट दे, कहना नहीं दे सकता। पर मैं 2 घंटे का दिल्ली गलबात कर रहा भाई तुसी साढ़े को गलत काम करा रहे हो। आई नो हिम फॉर द लॉन्ग टाइम, ही इज़ नॉट ए सच टाइप ऑफ पर्सन। कहना 2 घंटे बाद मैं हूँ तुहानू कह रहा, मैं कहा वो शायद तुहाडे बंदे ही नहीं मैंने आई है भी मैं सीधा कहना मैं कहने दे मन शर्म आ रही सी भी किहड़े मूँह नाल तुहानू कहां। मैं कहा जी कोई गल नहीं, ਇਹ ਕਾਗਜ਼ ਦੇ ਕੇ ਕਹਿੰਦੇ ਤੁਸੀਂ ਨਹੀਂ ਜਾ ਸਕਦੇ। ਜਿਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਕਾਫੀ ਗੁੱਸੇ 'ਚ ਦਿਖੇ ਤੇ ਉਹਨਾਂ ਨੇ ਬਾਦਲਾਂ ਖਿਲਾਫ ਰੱਜ ਕੇ ਭੜਾਸ ਕੱਢੀ। ਦੇਖੋ ਮੈਨੂੰ ਹੁਣ ਕੀ ਪਤਾ ਜੀ ਤੇ ਜਵਾਬ ਦੇਣਗੇ ਹੋਮ ਮਿਨਿਸਟਰ ਦੇਗਾ, ਜਿਹੜੇ ਅਫਸਰ ਹੈਗੇ ਉੱਤੇ ਬੈਠੇ ਹੋਏ ਉਹ ਦੇਣਗੇ। ਮੈਂ ਤਾਂ ਦੇਖੋ ਜੀ ਗੱਲ ਹੈ ਜੀ, ਮੈਂ ਲੋਕਾਂ ਦੇ ਕੋਈ ਭੜਕਾਟ ਨਹੀਂ ਹੋਣਾ, ਵਕਤ ਆਏਗਾ ਜਵਾਬ ਦਿਆਂਗਾ, ਕੋਰਟ ਰਾਹੀਂ ਬਹਾਲੀ ਕਰਾਵਾਂਗਾ। ਮੈਂ ਤਾਂ ਕਰਾਣੀ ਨਹੀਂ ਜ਼ਮਾਨਤ, ਮੈਂ 7 ਸਾਲ ਦੀ ਜ਼ਮਾਨਤ ਕਰਾਈ ਤਾਂ ਹੁਣ ਕਰਾਵਾਂਗਾ। उनको यार चुके मैं अंदर कर देना यार की है जिवें बाकियां नूं कीते ने मैं कर देन ये करन। जिस दिन मैं गिरफ्तार करनगे बादल अपनी कफन दे उत्ते आखिरी किल्क मारेगा, ये मैं दस बस। ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪੰਜਾਬ ਸਰਕਾਰ ਦੁਆਰਾ ਤੈਅ ਕੀਤੀ ਗਈ ਜਗ੍ਹਾ ਨੂੰ ਮੋਦੀ ਸਾਹਿਬ ਵੱਲੋਂ ਬਦਲੇ ਜਾਣ ਕਾਰਨ ਕੈਪਟਨ ਸਾਹਿਬ ਦੇ ਲੀਡਰ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ। ਧਰਮਸੋਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਮੋਦੀ ਸਾਹਿਬ ਨੂੰ ਕੈਪਟਨ ਸਾਹਿਬ ਤੇ ਵਿਸ਼ਵਾਸ ਰੱਖਣਾ ਚਾਹੀਦਾ ਸੀ, ਪਰ ਕੇਵਲ ਬਾਦਲ ਪਰਿਵਾਰ ਨੂੰ ਸਟੇਜ ਤੇ ਬਿਠਾਉਣ ਲਈ ਮੋਦੀ ਸਰਕਾਰ ਨੇ ਸਟੇਜ ਦੀ ਜਗ੍ਹਾ ਬਦਲੀ ਆ। ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਲਈ ਜਿਹੜੀ ਜਗ੍ਹਾ ਨਿਸ਼ਚਿਤ ਕੀਤੀ ਗਈ ਸੀ ਉਸ ਨੂੰ ਮੋਦੀ ਸਰਕਾਰ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਬਦਲ ਦਿੱਤਾ ਹੈ, ਜਿਸ ਕਾਰਨ ਕੈਪਟਨ ਤੇ ਕੈਪਟਨ ਸਾਹਿਬ ਦੇ ਲੀਡਰ ਕਾਫੀ ਨਾਰਾਜ਼ ਨਜ਼ਰ ਆ ਰਹੇ ਨੇ ਤੇ ਇਸ ਨੂੰ ਵੀ ਇੱਕ ਸਾਜ਼ਿਸ਼ ਕਰਾਰ ਦੇ ਰਹੇ ਨੇ ਕਿ ਮੋਦੀ ਸਾਹਿਬ ਬਾਦਲ ਪਰਿਵਾਰ ਨੂੰ ਉਦਘਾਟਨ 'ਚ ਖਾਸ ਜਗ੍ਹਾ ਦੇਣਾ ਚਾਹੁੰਦੇ ਨੇ। ਜੀ ਹਾਂ, ਜਦੋਂ ਇਸ ਬਾਬਤ ਕੈਪਟਨ ਦੇ ਲੀਡਰ ਧਰਮਸੋਤ ਸਿੰਘ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਦਹਾੜ ਕੇ ਕਿਹਾ ਕਿ ਮੋਦੀ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਵਿਸ਼ਵਾਸ ਰੱਖਣਾ ਚਾਹੀਦਾ ਸੀ, ਪਰ ਜਗ੍ਹਾ ਬਦਲ ਕੇ ਜਿਹੜਾ ਕੰਮ ਉਹਨਾਂ ਨੇ ਕੀਤਾ ਹੈ ਉਹ ਉਹਨਾਂ ਨੇ ਆਪਣੇ ਪੰਜਾਬ 'ਚ ਹੋਏ ਅਕਾਲੀ ਦਲ ਨਾਲ ਗੱਠਜੋੜ ਕਰਕੇ ਗੋਡੇ ਟੇਕੇ ਨੇ ਤੇ ਕੇਵਲ ਬਾਦਲ ਪਰਿਵਾਰ ਨੂੰ ਸਟੇਜ ਤੇ ਬਿਠਾਉਣ ਲਈ ਮੋਦੀ ਸਰਕਾਰ ਨੇ ਸਟੇਜ ਦੀ ਜਗ੍ਹਾ ਬਦਲੀ ਹੈ, ਨਾ ਕਿ ਆਪਣੀ ਸੁਰੱਖਿਆ ਕਰਕੇ। ਹੋਰ ਕੀ ਭੜਾਸ ਕੱਢੀ ਧਰਮਸੋਤ ਸਾਹਿਬ ਨੇ ਮੋਦੀ ਖਿਲਾਫ ਮੀਡੀਆ ਦੇ ਕੈਮਰੇ ਸਾਹਮਣੇ, ਆਓ ਦੇਖਦੇ ਹਾਂ। ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਨੂੰ ਸਟੇਟ ਸਰਕਾਰ ਤੇ ਭਰੋਸਾ ਕਰਨਾ ਚਾਹੀਦਾ ਸੀ। ਜਿੱਥੇ ਸਟੇਟ ਸਰਕਾਰ ਨੇ ਉਹਨਾਂ ਦੀ ਸੁਰੱਖਿਆ ਲਈ ਜਗ੍ਹਾ ਚੁਣੀ ਆ ਉਹ ਤੇ ਭਰੋਸਾ ਕਰਕੇ ਉੱਥੇ ਆਉਣਾ ਚਾਹੀਦਾ ਸੀ। ਲੇਕਿਨ ਮੈਨੂੰ ਲੱਗਦਾ ਕਿ ਉਹ ਆਪਣੇ ਗੱਠਜੋੜ ਅੱਗੇ ਗੋਡੇ ਟੇਕੇ ਨੇ ਔਰ ਪ੍ਰਧਾਨ ਮੰਤਰੀ ਨੂੰ ਚਾਹੀਦਾ ਨਹੀਂ ਸੀ ਤਾਂ ਜਾਂ ਕਿ ਵੀ ਮੈਂ ਇਧਰਲੀ ਸਟੇਜ ਤੇ ਜਾਵਾਂ ਕਿ ਇਧਰਲੀ ਸਟੇਜ ਤੇ ਜਾਵਾਂ। ਉਹ ਸਾਰਿਆਂ ਨੂੰ ਅਕਾਲੀ ਦਲ ਬਾਦਲ ਨੂੰ ਸਟੇਜ ਤੇ ਬਿਠਾਉਣ ਵਾਸਤੇ ਹੀ ਕੇਵਲ ਤੇ ਕੇਵਲ ਉੱਥੇ ਸਟੇਜ ਲਾਈ ਗਈ ਹੈ, ਨਾ ਕਿ ਉਹਨਾਂ ਦੀ ਆਪਣੀ ਸੁਰੱਖਿਆ ਕਰਕੇ। ਸੁਰੱਖਿਆ ਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਮੁੱਖ ਮੰਤਰੀ ਉਹਨਾਂ ਦੀ ਸੁਰੱਖਿਆ ਨੂੰ ਕੋਈ ਕਾਰਨ ਬਣ ਜਾਏਗਾ, ਉਲਟਾ ਕਰ ਦੇਗਾ। ਮੁੱਖ ਮੰਤਰੀ ਜੀ ਉਹਨਾਂ ਦੀ ਸੁਰੱਖਿਆ ਵਾਸਤੇ ਇੱਕ ਸੋਚ ਰੱਖਦੇ ਨੇ, ਉਹਨਾਂ ਦੀ ਸੁਰੱਖਿਆ ਵਾਸਤੇ ਇੱਕ ਪ੍ਰਬੰਧ ਕੀਤੇ ਨੇ ਔਰ ਮੈਂ ਸਮਝਦਾ ਕਿ ਪੋਲਿਟਿਕਸ ਇਹ ਆ ਗਈ, ਇਹ 'ਚ ਪੋਲਿਟਿਕਸ ਆਈ ਆ। ਪੋਲੀਟੀਕਲ ਤੌਰ ਤੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ ਮੰਚ ਤੇ ਬਿਠਾਉਣ ਵਾਸਤੇ ਕੀਤਾ ਗਿਆ। ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਵੀ ਨਾ ਕਰਨ ਦਾ ਵਾਅਦਾ ਕੀਤਾ ਸੀ, ਪਰ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਾਹੀ ਨੰਗਲ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਕਿਸਾਨਾਂ ਨੇ ਗੁੱਸੇ 'ਚ ਕੁਰਕੀ ਦੇ ਵਿਰੁੱਧ ਤਹਿਸੀਲਦਾਰ ਦਫ਼ਤਰ ਤਲਵੰਡੀ ਸਾਬੋ ਦਾ ਘਿਰਾਓ ਕਰਕੇ ਸਰਕਾਰ ਖਿਲਾਫ ਜੰਮ ਕੇ ਭੜਾਸ ਕੱਢੀ।
ਵਾਨੀ ਸਰਕਾਰੇ ਤੇਰੇ ਲਾਰੇ ਅੱਧੇ ਵਿਆਹੇ ਅਤੇ ਖਵਾਰੇ। ਇਹ ਕਹਾਵਤ ਬਿਲਕੁਲ ਠੀਕ ਬੈਠਦੀ ਹੈ ਪੰਜਾਬ ਸਰਕਾਰ ਦੇ ਲਾਏ ਕਿਸਾਨਾਂ, ਨੌਜਵਾਨਾਂ ਤੇ ਮੁਲਾਜ਼ਮਾਂ ਨੂੰ ਲਾਰਿਆਂ ਤੇ, ਕਿਉਂਕਿ ਕੈਪਟਨ ਸਾਹਿਬ ਨੇ ਵੋਟਾਂ ਲੈਣ ਲਈ ਲੋਕਾਂ ਨੂੰ ਲਾਰੇ ਤੇ ਵਾਅਦੇ ਤਾਂ ਬਹੁਤ ਕੀਤੇ, ਪਰ ਪੂਰਾ ਅਜੇ ਤੱਕ ਇੱਕ ਵੀ ਨਹੀਂ ਹੋਇਆ, ਜਿਸ ਕਾਰਨ ਪੂਰਾ ਪੰਜਾਬ ਹੀ ਕੈਪਟਨ ਸਰਕਾਰ ਨੂੰ ਕੋਸਦਾ ਨਜ਼ਰ ਆ ਰਿਹਾ ਹੈ। ਕੈਪਟਨ ਸਾਹਿਬ ਨੇ ਸਭ ਤੋਂ ਵੱਡਾ ਧੋਖਾ ਕੀਤਾ ਕਿਸਾਨਾਂ ਨਾਲ, ਇਹ ਵਾਅਦਾ ਕਰਕੇ ਕਿ ਉਹ ਕਿਸਾਨਾਂ ਦਾ ਕਰਜ਼ਾ ਮਾਫ ਕਰਨਗੇ ਤੇ ਕਿਸਾਨਾਂ ਦੀ ਜ਼ਮੀਨਾਂ ਦੀ ਕੁਰਕਰੀ ਨਹੀਂ ਹੋਣ ਦੇਣਗੇ। ਪਰ ਉਦੋਂ ਪੰਜਾਬ ਸਰਕਾਰ ਦੇ ਨਾ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆਈ, ਜਦੋਂ ਕੈਪਟਨ ਸਾਹਿਬ ਦੇ ਦਾਅਵੇ ਦੇ ਉਲਟ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਾਹੀ ਨੰਗਲ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਕਿਸਾਨਾਂ ਨੇ ਤਲਖੀ ਜਾ ਕੇ ਕੁਰਕਰੀ ਦੇ ਵਿਰੋਧ ਤਲਵੰਡੀ ਸਾਬੋ ਵਿਖੇ ਤਹਿਸੀਲਦਾਰ ਦੇ ਦਫ਼ਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦੇਖੋ ਕਿਸਾਨਾਂ ਦਾ ਕੈਪਟਨ ਸਰਕਾਰ ਖਿਲਾਫ ਗੁੱਸਾ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ, ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ, ਜ਼ਿਲ੍ਹਾ ਪ੍ਰਸ਼ਾਸਨ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ। ਦਰਅਸਲ ਪਿੰਡ ਮਾਹੀ ਨੰਗਲ ਦੇ ਕਿਸਾਨ ਨਛੱਤਰ ਸਿੰਘ ਦਾ ਰਾਮਾ ਮੰਡੀ ਦੇ ਇੱਕ ਆੜ੍ਹਤੀਏ ਨਾਲ ਲੈਣ ਦੇਣ ਚੱਲਦਾ ਸੀ, ਪਰ ਕਾਫੀ ਸਮਾਂ ਪਹਿਲਾਂ ਨਛੱਤਰ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਸਾਰੀ ਜ਼ਮੀਨ ਉਸਦੇ ਭਤੀਜੇ ਹਰਦੇਵ ਸਿੰਘ ਦੇ ਨਾਮ ਚੜ੍ਹ ਗਈ। ਆੜ੍ਹਤੀਏ ਵੱਲੋਂ ਲੈਣ ਦੇਣ ਖੜਨ ਕਰਕੇ ਮਾਮਲਾ ਅਦਾਲਤ ਚਲਿਆ ਗਿਆ, ਜਿੱਥੇ ਅਦਾਲਤ ਨੇ ਕਿਸਾਨ ਦੀ 11,84,685 ਦੀ ਜ਼ਮੀਨ ਦੀ ਕੁਰਕਰੀ ਦੇ ਆਦੇਸ਼ ਜਾਰੀ ਕਰ ਦਿੱਤੇ। ਕਿਸਾਨਾਂ ਨੂੰ ਕੁਰਕਰੀ ਦਾ ਪਤਾ ਲੱਗਦੇ ਹੀ ਕਿਸਾਨ ਇਕੱਠੇ ਹੋ ਗਏ। ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ ਦਿੱਤਾ। ਇਸ ਪੂਰੇ ਮਾਮਲੇ ਦੇ ਕੀ ਕਹਿਣਾ ਹੈ ਪੀੜਤ ਕਿਸਾਨ ਦਾ, ਦੇਖੋ। ਹਾਂਜੀ, ਮੇਰੇ ਚਾਚਾ ਜੀ ਅਨਪੜ੍ਹ ਸੀਗੇ ਜੀ ਬੰਦੇ ਉਹ, ਤੇ ਉਹਨਾਂ ਤੋਂ ਇਹਨਾਂ ਨੇ ਭਲੇਜ ਕੇ ਖਾਲੀਪੁਰ ਨੋਟ ਤੇ ਗੁੱਠਾ ਲਵਾਇਆ ਜੀ। ਖਾਲੀਪੁਰ ਨੋਟ ਤੇ ਕੁਝ ਨਹੀਂ ਦੇਣਾ ਸੀ ਇਹਨਾਂ ਦਾ, ਖਾਲੀਪੁਰ ਨੋਟ ਤੇ ਗੁੱਠਾ ਲਵਾ ਕੇ ਆਪ ਦਾ ਗਵਾਹ ਬਣਾ ਕੇ ਸਪੈਸ਼ਲ ਗਵਾਹ ਨੂੰ ਪਿੰਡ ਲਿਜਾ ਕੇ ਵਿਖਾ ਕੇ ਵੀ ਲਿਆਇਆ। ਉਹ ਗਵਾਹ ਜਾਣਦਾ ਨਹੀਂ ਸੀਗਾ ਮੇਰੇ ਚਾਚੇ ਨੂੰ, ਤੇ ਉਸ ਤੋਂ ਬਾਅਦ ਉਹ ਇਸੇ ਗੱਲ ਦੇ ਵਿੱਚ ਫਾਹਾ ਲੈ ਕੇ ਮਰ ਗਿਆ ਜਦੋਂ ਇਹਨਾਂ ਨੇ ਕੁਰਕੀ ਕਟਾਉਣ ਦਾ ਹੋ ਗਿਆ ਤਾਂ। ਤੇ ਮੁੜ ਕੇ ਉਸ ਤੋਂ ਬਾਅਦ ਹੁਣ ਤੱਕ ਲੌਂਕਦਾ ਫਿਰਿਆ ਕੰਮ, ਤੇ ਹੁਣ ਆ ਕੇ ਇਹ ਕੁਰਕੀ ਕਰਵਾਉਂਦੇ ਹੈਗੇ। ਨਹੀਂ ਦੇਣਾ ਜੀ, ਕੁਛ ਨਹੀਂ ਦੇਣਾ, ਡੱਕਾ ਜਮਾ। ਪਹਿਲਾਂ ਸੀਗਾ ਜੀ 2004 ਚ ਸਾਡੀ ਆੜਤ ਹੁੰਦੀ ਸੀ ਉਦੋਂ ਇਹਨਾਂ ਨਾਲ, ਤੇ ਉਸ ਤੋਂ ਬਾਅਦ ਅਸੀਂ ਹਟ ਕੇ ਜਦੋਂ ਹਟੇ ਨੂੰ ਸਾਨੂੰ 2-4 ਵਾਰੀ ਆਖਿਆ, ਕਹਿੰਦੇ ਸਾਡੇ ਆ ਜਾ ਕਰੋ ਸਾਡੇ, ਤੇ ਮੁੜ ਕੇ ਆ ਕੰਮ ਕਰਤਾ ਜੀ ਇਹਨਾਂ ਨੇ। ਕੀ ਮੰਗ ਆ ਤੁਹਾਡੀ ਹੁਣ? ਸਰਕਾਰ ਨੇ ਵੀ ਕਿਹਾ ਸੀ ਕੁਰਕੀਆਂ ਨਹੀਂ ਹੁੰਦੀਆਂ, ਤੁਹਾਡੀ ਅੱਜ ਕੁਰਕੀ ਹੋਈ ਸੀ। ਹਾਂਜੀ, ਸਰਕਾਰ ਨੇ ਕਿਹਾ ਤਾਂ ਸੀਗਾ, ਸਰਕਾਰ ਵਾਅਦੇ ਪੂਰੇ ਨਹੀਂ ਕਰਦੀ। ਸਰਕਾਰ ਕਰੇ ਵਾਅਦੇ ਪੂਰੇ, ਸਹੀ ਢੰਗ ਨਾਲ ਕੰਮ ਕਰੇ, ਸਹੀ ਸੱਚ ਤੇ ਚੱਲੇ। ਇਸ ਮਾਮਲੇ ਬਾਰੇ ਕੀ ਕਹਿਣਾ ਹੈ ਕਿਸਾਨ ਆਗੂ ਸਰੂਪ ਸਿੰਘ ਦਾ, ਆਓ ਦੇਖਦੇ ਹਾਂ। ਸਰੂਪ ਸਿੰਘ ਸਿੱਧੂ, ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜੀ। ਕੀ ਮਾਮਲਾ ਅੱਜ ਪਿੰਡ ਮਾਹੀ ਨੰਗਲ ਤੋਂ ਇੱਕ ਕਿਸਾਨ ਦੀ ਕੁਰਕੀ ਰੱਖੀ ਸੀ, ਆੜ੍ਹਤੀਏ ਰਾਮਾ ਮੰਡੀ ਦੇ ਆੜ੍ਹਤੀਆ ਉਹਦੇ ਵੱਲੋਂ ਕਰਵਾਈ ਜਾਣੀ ਸੀਗੀ। ਉਸ ਦੇ ਵਿਰੋਧ ਵਿੱਚ ਅੱਜ ਯੂਨੀਅਨ ਇੱਥੇ ਇਕੱਤਰ ਹੋਈ ਹੈ ਤਹਿਸੀਲ 'ਚ ਤਲਵੰਡੀ ਸਾਬੋ, ਤਹਿਸੀਲਦਾਰ ਦੇ ਸਾਹਮਣੇ। ਜਿਹੜੀ ਇਹ ਮਤਲਬ ਕੁਰਕੀ ਹੈ ਆੜ੍ਹਤੀਏ ਕਰਵਾ ਰਿਹਾ, ਉਹ ਬਹੁਤ ਝੂਠੀ ਹੈ, ਸਾਰਾ ਕੁਝ ਝੂਠਾ ਹੈ। ਉਹਨੇ ਖਾਲੀ ਪਲੋਟ ਤੇ ਦਸਤਖਤ ਕਰਵਾਈ ਸੀ ਕਿਸਾਨ ਦੇ, ਉਹ ਕਿਸਾਨ ਦੀ ਹੁਣ ਡੈਥ ਹੋ ਗਈ। ਇਸ ਤੋਂ ਬਾਅਦ ਉਹਨੇ ਕੇਸ ਪਾਤਾ, ਅਦਾਲਤ ਨੇ ਉਹਦੀ 11,84,685 ਰੁਪਏ ਦੀ ਅੱਜ ਕੁਰਕੀ ਕਰਤੀ। ਉਹਦਾ ਅੱਜ ਨਿਲਾਮ ਕਰਨ ਦਾ ਹੁਕਮ ਸੀਗਾ, ਜਿਹਦੇ ਅਸੀਂ ਇਹ ਸਾਰੇ ਇਕੱਤਰ ਹੋ ਗਏ। ਜਿਵੇਂ ਅਸੀਂ ਇਹ ਕੁਰਕੀ ਕਿਸੇ ਹਾਲਤ 'ਚ ਨਹੀਂ ਹੋਣ ਦੇਵਾਂਗੇ। ਦੂਸਰੇ ਸਰਕਾਰ ਨੇ ਕਿਸ ਤਰ੍ਹਾਂ ਦਾ ਵਾਅਦਾ ਕੀਤਾ? ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੋਟਾਂ ਤੋਂ ਚੋਣਾਂ ਤੋਂ ਪਹਿਲਾਂ। ਇਸ ਕੈਪਟਨ ਅਮਰਿੰਦਰ ਸਿੰਘ ਨੇ ਕੀ ਨਾਅਰਾ ਵੀ ਦਿੱਤਾ ਸੀ, ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ। ਨਾ ਤਾਂ ਹਜੇ ਤੱਕ ਫਸਲ ਦੀ ਪੂਰੀ ਰਕਮ ਮਿਲੀ ਹੈ ਕਿਸਾਨਾਂ ਨੂੰ, ਨਾ ਹੀ ਕੁਰਕੀਆਂ ਖਤਮ ਹੋਈਆਂ। ਦਿਨੋਂ ਦਿਨ ਰੋਜ਼ਾਨਾ ਕੁਰਕੀਆਂ ਹੋ ਰਹੀਆਂ ਨੇ ਕਿਸਾਨਾਂ ਦੀਆਂ। ਜਿਹੜਾ ਕਿ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਬਿਲਕੁਲ ਝੂਠਾ ਉਹ, ਔਰ ਅਸੀਂ ਇਹ ਬੇਬੁਨਿਆਦ ਆ। ਯੂਨੀਅਨ ਇਹਦਾ ਸਖਤ ਨਖੇਦੀ ਕਰਦੀ ਹੈ ਕਿ ਇਹਨੇ ਇੱਕ ਹੋਰ ਵਾਅਦਾ ਕੀਤਾ ਸੀ, ਅਸੀਂ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ, ਪਰ ਹਜੇ ਤੱਕ ਕਿਸਾਨਾਂ ਦਾ ਕਿਸੇ ਵੀ ਛਾਨੀ ਨਹੀਂ ਕਿਸੇ ਦੀ ਮਾਫ ਹੋਈ, ਸਿਰਫ ਖੋਖਲੇ ਦਾਅਵੇ ਨੇ। ਅਸੀਂ ਕਿਸਾਨਾਂ ਦੇ ਕੁਰਕੀਆਂ ਨੂੰ ਅਸੀਂ ਵਿਰੋਧ ਕਰਾਂਗੇ। ਅਸੀਂ ਸਾਡੀ ਯੂਨੀਅਨ ਦਾ ਫੈਸਲਾ, ਕਿਸੇ ਵੀ ਕਿਸਾਨ ਦੀ ਜ਼ਮੀਨ ਦੇ ਵਿੱਚ ਕਿਸੇ ਨੂੰ ਵੜਨ ਨਹੀਂ ਦਿੱਤਾ ਜਾਵੇਗਾ। ਅਸੀਂ ਉਹਦਾ ਸਖਤ ਵਿਰੋਧ ਕਰਾਂਗੇ, ਚਾਹੇ ਸਾਨੂੰ ਕਿੱਡੀ ਵੀ ਕੁਰਬਾਨੀ ਕਿਉਂ ਨਹੀਂ ਦੇਣੀ ਪਏ ਜੀ। ਉਧਰ ਦੂਜੇ ਪਾਸੇ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰਦੇ ਹੋਏ ਦੱਸਿਆ ਕਿ ਅਦਾਲਤ ਵੱਲੋਂ ਕਿਸਾਨ ਦੀ ਕੁਰਕਰੀ ਦੇ ਹੁਕਮ ਆਏ ਸਨ, ਪਰ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਹੋ ਅਦਾਲਤ ਨੂੰ ਕੁਰਕਰੀ ਵਾਪਸ ਭੇਜ ਰਹੇ ਨੇ। ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਨਾਲ-ਨਾਲ ਕਿਸਾਨਾਂ ਦੀ ਜ਼ਮੀਨ ਦੀ ਕੁਰਕਰੀ ਨਾ ਹੋਣ ਦਾ ਦਾਅਵਾ ਕੀਤਾ ਸੀ, ਪਰ ਉਸ ਦੇ ਬਾਵਜੂਦ ਵੀ ਕਿਸਾਨਾਂ ਦੀ ਕੁਰਕਰੀ ਲਈ ਪ੍ਰਸ਼ਾਸਨ ਵੱਲੋਂ ਨੋਟਿਸ ਭੇਜੇ ਜਾ ਰਹੇ ਨੇ, ਜੋ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੇ ਤਿੱਖੇ ਸਵਾਲ ਖੜੇ ਕਰ ਰਹੇ ਨੇ। ਲੁਧਿਆਣਾ ਦੇ ਇੱਕ ਬੇੜੇ 'ਚ ਰਹਿਣ ਵਾਲੇ 4 ਸਾਲ ਦੇ ਮਾਸੂਮ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਆਰੀ ਨਾਲ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਕਰਤੂਤ ਨੂੰ ਅੰਜਾਮ ਦੇਣ ਵਾਲਾ ਦਰਿੰਦਾ ਹੋਰ ਕੋਈ ਨਹੀਂ ਬਲਕਿ ਉਸਦੇ ਹੀ ਗਵਾਂਢ 'ਚ ਰਹਿਣ ਵਾਲਾ
45 ਸਾਲਾਂ ਦਾ ਰਾਜ ਮਿਸਤਰੀ ਦੱਸਿਆ ਜਾ ਰਿਹਾ, ਜੋ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਦੱਸਿਆ ਜਾ ਰਿਹਾ। ਇਨਸਾਨੀਅਤ ਤੇ ਭਾਈਚਾਰਕ ਸਾਂਝ ਲਈ ਮੰਨਿਆ ਜਾਣ ਵਾਲਾ ਪੰਜਾਬ ਅੱਜ ਨਸ਼ੇੜੀ, ਦਰਿੰਦਿਆਂ, ਕਾਤਲਾਂ ਤੇ ਹੈਵਾਨਾਂ ਦੇ ਪੰਜਾਬ ਨਾਲ ਜਾਣਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਦੀ ਇਨਸਾਨੀਅਤ ਹੈਵਾਨੀਅਤ 'ਚ ਬਦਲ ਚੁੱਕੀ ਹੈ। ਜਿੱਥੇ ਪਹਿਲਾਂ ਪੰਜਾਬੀ ਹੋਣ 'ਚ ਮਾਣ ਮਹਿਸੂਸ ਹੁੰਦਾ ਸੀ, ਉੱਥੇ ਹੀ ਅੱਜ ਪੰਜਾਬੀ ਹੋਣ ਤੇ ਸ਼ਰਮ ਮਹਿਸੂਸ ਹੁੰਦੀ ਹੈ, ਕਿਉਂਕਿ ਕੁਝ ਕੁ ਲੋਕਾਂ ਦੀਆਂ ਕਰਤੂਤਾਂ ਕਰਕੇ ਪੂਰੇ ਪੰਜਾਬੀਆਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਲੋਕਾਂ 'ਚ ਇਨਸਾਨੀਅਤ ਦੀ ਜਗ੍ਹਾ ਹੈਵਾਨੀਅਤ ਭਰ ਚੁੱਕੀ ਹੈ। ਲੋਕ ਇੰਨੇ ਦਰਿੰਦੇ ਤੇ ਹੈਵਾਨ ਬਣ ਚੁੱਕੇ ਨੇ ਕਿ ਉਹਨਾਂ ਨੇ ਇਨਸਾਨੀਅਤ ਨੂੰ ਲੀਰੋ ਲੀਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਉਹ ਲਗਾਤਾਰ ਹੀ ਇਨਸਾਨੀਅਤ ਨੂੰ ਸ਼ਰਮਸਾਰ ਕਰ ਹੈਵਾਨੀਅਤ ਦਾ ਸਬੂਤ ਦਿੰਦੇ ਜਾ ਰਹੇ ਨੇ। ਇੱਕ ਵਾਰ ਫਿਰ ਇੱਕ ਦਰਿੰਦੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਲੁਧਿਆਣਾ ਦੇ ਡੇਰਾ ਡਾਬਾ ਇਲਾਕੇ 'ਚੋਂ ਇੱਕ ਅਜਿਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਦੇ ਲੂ ਕੰਡੇ ਖੜੀ ਕਰ ਦਿੱਤੇ ਨੇ ਤੇ ਸੁਣ ਤੇ ਦੇਖ ਰੂਹ ਕੰਬ ਜਾਂਦੀ ਹੈ। ਜੀ ਹਾਂ, ਲੁਧਿਆਣਾ ਦੇ ਡੇਰਾ ਡਾਬਾ ਇਲਾਕੇ ਰੋਡ ਤੇ ਨਿਰਮਲ ਪੈਲੇਸ ਦੇ ਨਜ਼ਦੀਕ ਇੱਕ ਵਿਹੜੇ 'ਚ ਰਹਿਣ ਵਾਲੇ 4 ਸਾਲਾਂ ਦੇ ਮਾਸੂਮ ਬੱਚੇ ਨਾਲ ਕੁਕਰਮ ਕਰਨ ਤੋਂ ਬਾਅਦ ਆਰੀ ਨਾਲ ਗਲਾ ਕੱਟ ਕੇ ਉਸ ਮਾਸੂਮ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦੇਖੋ ਕੁਝ ਦਿਲ ਝੰਜੋੜਨ ਵਾਲੀਆਂ ਤੇ ਖੌਫਨਾਕ ਤਸਵੀਰਾਂ। अरे पीछे हो पकड़ ले हो अरे बच्चा पकड़ ले, बच्चा तो पकड़ ले। बच्चा तो पकड़ लो यार, छोटा सा है, बच्चा तो पकड़ लो। ਦੱਸ ਦਈਏ ਕਿ ਇਸ ਕਰਤੂਤ ਨੂੰ ਅੰਜਾਮ ਦੇਣ ਵਾਲਾ ਦਰਿੰਦਾ ਕੋਈ ਹੋਰ ਨਹੀਂ ਬਲਕਿ ਉਸੇ ਵਿਹੜੇ 'ਚ ਰਹਿਣ ਵਾਲਾ ਰਾਜ ਮਿਸਤਰੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਦਰਿੰਦਾ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੈ। ਇਸ ਮਾਮਲੇ 'ਚ ਕੀ ਕਹਿਣਾ ਹੈ ਦਰਿੰਦਗੀ ਦਾ ਸ਼ਿਕਾਰ ਹੋਏ ਮਾਸੂਮ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ, ਦੇਖੋ। का नाम विश्वास न है, मेरे बेटे की उम्र 4.5 साल है। क्या बात क्या हुई? जी मैं तो ड्यूटी पे था, मेरे को कुछ पता नहीं। जब यहाँ से मेरी जनानी गई वहाँ बोली, तब मैं वहाँ से आया, तब हेरना ढूंढना चालू किया, फिर मिला ही नहीं। फिर बाद में यहाँ जब स्टेशन से लौट के आए तो यहाँ ताला खोले लोगों और आगे गए तो वहाँ उसकी डेड बॉडी मिली। मर्डर हुआ बच्चे का? हाँ जी। कोई गलत काम भी हुआ बच्चे के साथ? जी हो भी सकता है, कोई पता नहीं है। हमको इंसाफ चाहिए। हाँ जी भाई, ਤੁਹਾਡਾ ਕੀ ਨਾਮ ਹੈ? हमारा नाम रामचंद्र। सर क्या बात है, आपको कैसे पता चला ये जो मामला? सर ऐसा है, जब मेरे भाई ने फ़ोन किया 4:30 बजे, मैं ढोलेवाल गए थे। 4:30 बजे फ़ोन आया, लड़का गायब है। सर हम यहाँ आए, पहुँचे ढाबा रोड आपने गली में, 1 नंबर गली में। यहाँ पे बातचीत होने लगा तो कुछ आदमी बोले स्टेशन जाओ। हमने 5-6 आदमी लुधियाना स्टेशन और हम और एक लड़का और टंडारी स्टेशन, प्लेटफार्म हमारे जेब में है, वहाँ गए, नहीं मिला। 7:45 बजे हम यहाँ गली में पहुँचे। ठीक 5 मिनट बाद ऊपर से हल्ला हो रहा है कि लड़के का गला कटा कमरे में पड़ा है। मौके पे PCR वाले आ गए थे, उन्होंने भी कहा कि चलो FIR करते हैं। अच्छा जी। इतने में पता लगा कि ऊपर शीश कटा पड़ा है। तो क्या बच्चे का ऐसा गलत काम भी हुआ कोई? हो सकता है जी, रेप हुआ है उसका। तो सर क्या वो जो जिसने मर्डर किया उसका क्या नाम है? क्या उसका नाम है पप्पू, है बिहार का, और नाम भी एक लड़के से पता लगा है। क्या कमरा यहीं पे रहता था वो? कमरा ये अभी 20 या 25 रोज हुआ है यहाँ ये। अच्छा। हाँ सर, हमको तो सर इंसाफ चाहिए। उम्र ਉਧਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਨੇ ਇਸ ਬਾਬਤ ਪੂਰੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। 8:30 ਵਜੇ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਵੀ ਡੈੱਡ ਬੋਡੀ ਬੱਚੇ ਦੀ ਉੱਪਰ ਜਿਹੜੀ ਬਾਬਾ ਮੁਕੰਦ ਸਿੰਘ ਨਗਰ ਹੈਗਾ ਡਾਬਾ ਰੋਡ ਤੇ ਜੀ ਵੀ ਉੱਥੇ ਕਮਰੇ ਦੇ ਵਿੱਚ ਮਿਲੀ ਹੈ, ਜਿੱਥੇ ਆ ਕੇ ਦੇਖਿਆ ਤੇ ਵਿਸ਼ਵਾਸ ਨਾਂ ਦਾ ਲੜਕਾ ਸੀਗਾ ਤੇ ਉਹਦਾ ਨਾਲ ਹੀ ਉਹਦੇ ਨੇਬਰ ਜਿਹੜਾ ਨਾਲ ਦੇ ਰੂਮ ਦੇ ਵਿੱਚ ਇੱਕ ਲੜਕਾ ਪੱਪੂ ਨਾਂ ਦਾ ਰਹਿੰਦਾ ਸੀ, ਉਹਨੂੰ ਅੰਦਰ ਵਾੜ ਕੇ ਤੇ ਉਹਦਾ ਆਰੀ ਦੇ ਨਾਲ ਗਲਾ ਕੱਟ ਦਿੱਤਾ ਹੈਗਾ। ਤੇ ਬਾਕੀ ਜੋ ਵੀ ਪੋਸਟਮਾਰਟਮ ਦੇ ਵਿੱਚ ਆਊਗਾ ਉਹਦੇ ਸਰ ਬੱਚੇ ਦੀ ਉਮਰ ਕੀ ਹੈ? 4.5 ਸਾਲ। ਸਰ ਕੀ ਕਾਰਨ ਰਿਹਾ? ਬੱਚੇ ਦੇ ਨਾਲ ਕੋਈ ਸੈਕਸ਼ੂਅਲ ਅਸੌਲਟਮੈਂਟ ਹਾਂ, ਉਹਦੇ ਕੱਪੜੇ ਕੁਪੜੇ ਉਤਾਰੇ ਹੈਗੇ ਆ ਤੇ ਹੋ ਸਕਦਾ ਪੋਸਟਮਾਰਟਮ ਤੇ ਪਤਾ ਲੱਗ ਜਾਊਗਾ। ਇਹ ਸਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦਿਆ ਗਿਆ ਸਤਿ ਸ੍ਰੀ ਅਕਾਲ।
ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।